morning students. Today we do monetary policy or control of money supply by monetary policy. Monetary policy ਦੇ ਨਾਲ ਆਪਾਂ money of supply ਨੂੰ ਕਿੱਦਾਂ ਕੰਟਰੋਲ ਕਰ ਸਕਦੇ ਹਾਂ ਜਾਂ ਕਿੱਦਾਂ ਕ੍ਰੀਏਟ ਕਰ ਸਕਦੇ ਹਾਂ, ਠੀਕ ਹੈ। There are two methods, quantitative instruments and qualitative instruments. Monetary policy ਦੇ two parts ਨੇ, quantitative instrument and qualitative instruments. Quantitative instruments ਦੇ ਵਿੱਚ bank rate, open market operations, cash reserve ratio, statutory liquidity ratio and reverse repo. And qualitative instruments ਦੇ ਵਿੱਚ margin requirement of loan, rationing of credit, direct action, moral suasion and selective credit controls. First we do quantitative instruments. Quantitative instruments ਦੇ ਵਿੱਚ first bank rate or repo rate. Bank rate, it is the minimum rate at which the central bank of a country is prepared to give credit to the commercial banks. ਇਹ ਉਹ ਘੱਟੋ ਘੱਟ ਵਿਆਜ ਦੀ ਉਹ ਦਰ ਹੈ ਜਿਹਦੇ ਤੇ ਸੈਂਟਰਲ ਬੈਂਕ ਤਿਆਰ ਰਹਿੰਦਾ ਕਿ ਇਹਨੂੰ ਕਮਰਸ਼ੀਅਲ ਬੈਂਕਸ ਨੂੰ ਕ੍ਰੈਡਿਟ ਦੇਣ ਦੇ ਲਈ, ਠੀਕ ਹੈ। ਕਮਰਸ਼ੀਅਲ ਬੈਂਕਸ ਨੂੰ ਕ੍ਰੈਡਿਟ ਦੇਣ ਦੇ ਲਈ ਤਿਆਰ ਰਹਿੰਦਾ। ਇਹ ਵਿਆਜ ਦੀ ਉਹ ਘੱਟੋ ਘੱਟ ਦਰ ਹੈ ਜਿਹਦੇ ਤੇ ਕਮਰਸ਼ੀਅਲ ਬੈਂਕ ਸੈਂਟਰਲ ਬੈਂਕ ਨੂੰ ਕ੍ਰੈਡਿਟ ਦੇਣ ਦੇ ਲਈ ਤਿਆਰ ਰਹਿੰਦਾ ਹੈ। If bank rate is increased, bank rate ਜੇ ਜ਼ਿਆਦਾ ਹੋਊਗੀ, the rate of interest increases, ਵਿਆਜ ਦੀ ਦਰ ਜ਼ਿਆਦਾ ਹੋਊਗੀ, and credit becomes dear, ਤਾਂ credit ਵੀ ਕੀ ਹੋ ਜਾਣਗੇ, ਜ਼ਿਆਦਾ ਹੋ ਜਾਣਗੇ। Demand for credit reduces, but economy ਦੇ ਵਿੱਚ persons ਦੀ demand ਕੀ ਹੋ ਜੂਗੀ, reduce ਹੋ ਜੂਗੀ। People demand less loan from commercial banks. ਜਦੋਂ bank rate ਜ਼ਿਆਦਾ ਹੈ, ਵਿਆਜ ਦੀ ਦਰ ਜ਼ਿਆਦਾ ਹੈ, ਤਾਂ ਪਬਲਿਕ ਕੀ ਕਰੂਗੀ, ਜੋ people ਨੇ ਉਹ ਕੀ ਕਰਨਗੇ, ਜ਼ਿਆਦਾ ਵਿਆਜ ਦੀ ਦਰ ਤੇ ਲੋਨ ਨਹੀਂ ਲੈਂਦੇ, ਉਹ ਆਪਣੀ ਲੋਨ ਦੀ ਡਿਮਾਂਡ ਘਟਾ ਦੇਣਗੇ, ਠੀਕ ਹੈ। ਜਦੋਂ ਲੋਨ ਦੀ ਡਿਮਾਂਡ ਘਟਾ ਦੇਣਗੇ ਤਾਂ ਕੀ ਹੋਊਗਾ, ਮਨੀ ਆਫ ਸਪਲਾਈ ਇਕੋਨਮੀ 'ਚ ਘੱਟ ਜੂਗੀ, ਤਾਂ ਕਿ ਇਹਦੇ ਕੀ ਹੋਊਗਾ, ਮਨੀ ਆਫ ਸਪਲਾਈ ਜਿਹੜੀ ਐਕਸਟਰਾ ਉਹਨੂੰ ਕੰਟਰੋਲ ਕੀਤਾ ਜਾਊਗਾ। ਸੈਕਿੰਡ, ਡਿਕਰੀਜ਼ ਇਨ ਬੈਂਕ ਰੇਟ, ਜੇ ਡਿਕਰੀਜ਼ ਕੀਤੀ ਜਾਊਗੀ ਤਾਂ ਕੀ ਹੋਊਗਾ, ਤਾਂ ਇਹਦੇ ਨਾਲ ਬੈਂਕ ਰੇਟ ਘੱਟ ਜੂਗੀ, ਬੈਂਕ ਰੇਟ ਘਟੂਗੀ ਤਾਂ ਲੋਕੀ ਲੋਨ ਵਗੈਰਾ ਜ਼ਿਆਦਾ ਲੈਣਗੇ, ਠੀਕ ਹੈ। ਤਾਂ ਲੋਨ ਵਗੈਰਾ ਜੋ ਜ਼ਿਆਦਾ ਪ੍ਰੋਵਾਈਡ ਮਿਲਣ ਲੱਗ ਜਾਣਗੇ, ਉਹਨਾਂ ਨੂੰ ਪ੍ਰੋਵਾਈਡ ਹੋਣ ਲੱਗ ਜਾਣਗੇ, ਤਾਂ ਉਹ ਕੀ ਕਰਨਗੇ, ਸਪਲਾਈ ਆਫ ਮਨੀ ਇਕੋਨਮੀ 'ਚ ਜ਼ਿਆਦਾ ਹੋ ਜੂਗੀ। ਤਾਂ ਇਸ ਦੇ ਲਈ ਜਦੋਂ ਬੈਂਕ ਰੇਟ ਜ਼ਿਆਦਾ ਤਾਂ ਡਿਪੋਜ਼ਿਟ ਵੀ ਜ਼ਿਆਦਾ ਹੋਣਗੇ, ਠੀਕ ਹੈ, ਤਾਂ ਵੀ ਇਕੋਨਮੀ 'ਚ ਸਪਲਾਈ ਘੱਟ ਜੂਗੀ, ਸਰਕੂਲੇਸ਼ਨ 'ਚ ਪੈਸਾ ਘੱਟ ਜੂਗਾ। ਤਾਂ ਜੇ ਬੈਂਕ ਰੇਟ ਘੱਟ ਹੈ ਤਾਂ ਡਿਪੋਜ਼ਿਟ ਵੀ ਘੱਟ ਜਾਣਗੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਦੋਨੋਂ ਬੈਂਕ ਰੇਟ ਦੇ ਹੀ ਨੇ ਕਿ ਅਸੀਂ ਸਪਲਾਈ ਆਫ ਮਨੀ ਨੂੰ ਕਿੱਦਾਂ ਕੰਟਰੋਲ ਕਰਨਾ ਅਤੇ ਕਿੱਦਾਂ ਕ੍ਰੀਏਟ ਕਰਨਾ। ਜੇ ਅਸੀਂ ਕੰਟਰੋਲ ਕਰਨਾ ਤਾਂ ਬੈਂਕ ਰੇਟ ਸੈਂਟਰਲ ਬੈਂਕ ਇਨਕਰੀਜ਼ ਕਰ ਦੂਗਾ, ਜੇ ਇਹਨੂੰ ਕੰਟਰੋਲ ਕਰਨਾ ਤਾਂ ਸੈਂਟਰਲ ਬੈਂਕ ਕੀ ਕਰੂਗਾ, ਇਹਨੂੰ ਡਿਕਰੀਜ਼ ਕਰ ਦੂਗਾ, ਸੌਰੀ ਕ੍ਰੀਏਟ ਕਰਨਾ ਤਾਂ ਡਿਕਰੀਜ਼ ਕਰ ਦੂਗਾ, ਠੀਕ ਹੈ। ਨੈਕਸਟ ਰਿਵਰਸ ਰੈਪੋ। ਰਿਵਰਸ ਰੈਪੋ, ਇਟ ਇਜ਼ ਦ ਓਪੋਜ਼ਿਟ ਆਫ ਰੈਪੋ ਰੇਟ। ਰੈਪੋ ਰੇਟ ਦੇ ਓਪੋਜ਼ਿਟ। ਇਟ ਇਜ਼ ਦ ਰੇਟ ਐਟ ਵਿਚ ਸੈਂਟਰਲ ਬੈਂਕ ਆਫ ਅ ਕੰਟਰੀ ਇਜ਼ ਰੈਡੀ ਟੂ ਗੈਟ ਕ੍ਰੈਡਿਟ ਫਰੋਮ ਕਮਰਸ਼ੀਅਲ ਬੈਂਕਸ। ਕਮਰਸ਼ੀਅਲ ਬੈਂਕਸ ਤੋਂ ਲੈਂਦਾ ਹੈ, ਠੀਕ ਹੈ। ਇਹਦੇ ਵਿੱਚ ਸੈਂਟਰਲ ਬੈਂਕ ਕੀ ਕਰਦਾ, ਕਮਰਸ਼ੀਅਲ ਬੈਂਕਸ ਤੋਂ ਕ੍ਰੈਡਿਟ ਲੈਂਦਾ। This tool is used when money is in excess supply in market. ਇਹ ਟੂਲ ਉਦੋਂ ਯੂਜ਼ ਕੀਤਾ ਜਾਂਦਾ ਹੈ ਜਦੋਂ ਇਕੋਨਮੀ ਦੇ ਵਿੱਚ ਬਹੁਤ ਜ਼ਿਆਦਾ, ਮਾਰਕੀਟ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਹੈ, ਠੀਕ ਹੈ। ਜਦੋਂ ਪੈਸੇ ਦੀ ਸਪਲਾਈ ਬਹੁਤ ਜ਼ਿਆਦਾ ਹੈ ਤਾਂ ਉਸ ਐਕਸੈਸ ਸਪਲਾਈ ਨੂੰ ਕੰਟਰੋਲ ਕਰਨ ਦੇ ਲਈ ਕੀਤਾ ਜਾਊਗਾ, ਰਿਵਰਸ ਰੈਪੋ ਰੇਟ ਅਪਲਾਈ ਕੀਤੀ ਜਾਊਗੀ, ਠੀਕ ਹੈ। ਉਹਨਾਂ ਤੋਂ ਕ੍ਰੈਡਿਟ ਲੈਣਾ ਸ਼ੁਰੂ ਕਰ ਦੂਗਾ RBI ਬੈਂਕ। ਸੈਕਿੰਡ, ਇਫ ਰਿਵਰਸ ਰੈਪੋ ਇਨਕਰੀਜ਼ਿਜ਼, ਬੈਂਕਸ ਲੈਂਡ ਮੋਰ ਐਂਡ ਮੋਰ ਫੰਡਸ ਟੂ ਸੈਂਟਰਲ ਬੈਂਕ। ਜਿਵੇਂ ਜਿਵੇਂ ਰਿਵਰਸ ਰੈਪੋ ਇਨਕਰੀਜ਼ ਹੁੰਦੀ ਜਾਊਗੀ, ਬੈਂਕ ਕੀ ਕਰਦੇ ਜਾਣਗੇ, ਆਪਣੇ ਫੰਡ ਨੂੰ ਇਨਕਰੀਜ਼ ਕਰਦੇ ਜਾਣਗੇ ਸੈਂਟਰਲ ਬੈਂਕ ਦੇ ਕੋਲ, ਠੀਕ ਹੈ। ਨੈਕਸਟ, ਓਪਨ ਮਾਰਕੀਟ ਆਪਰੇਸ਼ਨਸ। ਓਪਨ ਮਾਰਕੀਟ ਆਪਰੇਸ਼ਨਸ ਦੀ ਸ਼ਾਰਟ ਫਾਰਮ ਹੈ OMO। ਓਪਨ ਮਾਰਕੀਟ ਆਪਰੇਸ਼ਨਸ ਰਿਲੇਟ ਟੂ ਦਾ ਸੇਲ ਐਂਡ ਪਰਚੇਜ਼ ਆਫ ਸਿਕਿਉਰਿਟੀਜ਼ ਇਨ ਦਾ ਓਪਨ ਮਾਰਕੀਟ ਬਾਏ ਦਾ ਸੈਂਟਰਲ ਬੈਂਕਸ। ਇਹ ਮਾਰਕੀਟ ਆਪਰੇਸ਼ਨ ਹੈ ਜਿਹੜਾ ਓਪਨ ਮਾਰਕੀਟ ਆਪਰੇਸ਼ਨ ਹੈ, ਖੁੱਲ੍ਹੇ ਬਾਜ਼ਾਰ ਦੇ ਵਿੱਚ ਪ੍ਰਤੀਭੂਤੀਆਂ ਦਾ ਜੋ ਖਰੀਦ ਵੇਚ ਹੈ, ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿੰਨੀਆਂ ਵੀ ਸਿਕਿਉਰਿਟੀਜ਼ ਨੇ ਓਪਨ ਮਾਰਕੀਟ ਦੇ ਵਿੱਚ ਸੈਂਟਰਲ ਬੈਂਕ ਦੇ ਦੁਆਰਾ ਜਾਂ ਤਾਂ ਉਹਨਾਂ ਦੀ ਸੇਲ ਕੀਤੀ ਜਾਂਦੀ ਹੈ ਜਾਂ ਪਰਚੇਜ਼ ਕੀਤੀ ਜਾਂਦੀ ਹੈ। ਸਿਕਿਉਰਿਟੀਜ਼ ਕੀ ਹੁੰਦੀਆਂ ਨੇ, ਜਿੱਦਾਂ ਸ਼ੇਅਰ ਹੋ ਗਏ, ਬੌਂਡ ਹੋ ਗਏ, ਠੀਕ ਹੈ। ਇਹ ਚੀਜ਼ਾਂ ਸਿਕਿਉਰਿਟੀਜ਼ ਹੁੰਦੀਆਂ ਨੇ। ਇਹਨਾਂ ਦੀ ਖਰੀਦ ਜਾਂ ਵੇਚ ਕਿਹਦੇ ਦੁਆਰਾ ਕੀਤੀ ਜਾਂਦੀ ਹੈ, ਸੈਂਟਰਲ ਬੈਂਕ ਦੇ ਦੁਆਰਾ। ਇਫ ਸੈਂਟਰਲ ਬੈਂਕ ਵਾਂਟਸ ਟੂ ਡਿਕਰੀਜ਼ ਕ੍ਰੈਡਿਟ, ਜੇ ਸੈਂਟਰਲ ਬੈਂਕ ਕ੍ਰੈਡਿਟ ਨੂੰ ਕੀ ਕਰਨਾ ਚਾਹੁੰਦਾ, ਡਿਕਰੀਜ਼ ਕਰਨਾ ਚਾਹੁੰਦਾ, ਇਟ withdraws cash balance from the economy, it sells securities in the market, commercial bank buy these। ਤਾਂ ਇਹ ਕੀ ਕਰਦਾ,
ਸੈਂਟਰਲ ਬੈਂਕ ਕੀ ਕਰਦਾ, ਜੋ ਵੀ ਸਿਕਿਉਰਿਟੀਜ਼ ਨੇ, ਸ਼ੇਅਰ ਬੌਂਡ ਨੇ, ਉਹਨਾਂ ਨੂੰ ਵੇਚ ਦਿੰਦਾ। ਉਹਨਾਂ ਨੂੰ ਵੇਚਣ ਦੇ ਨਾਲ ਕੀ ਹੋਊਗਾ, ਜੋ ਕਮਰਸ਼ੀਅਲ ਬੈਂਕ ਨੂੰ ਵੇਚਦਾ, ਤਾਂ ਕਮਰਸ਼ੀਅਲ ਬੈਂਕ ਕੀ ਕਰਨਗੇ, ਆਪਣੇ ਜੋ ਉਹਨਾਂ ਦੇ ਅੱਗੇ ਕਸਟਮਰ ਨੇ ਉਹਨਾਂ ਨੂੰ ਅੱਗੇ ਵੇਚਣਗੇ, ਤਾਂ ਉਹਦੇ ਨਾਲ ਕਸਟਮਰ ਦਾ ਪੈਸਾ ਕਿਹਦੇ ਕੋਲ ਆਊਗਾ, ਕਮਰਸ਼ੀਅਲ ਬੈਂਕ। ਕਮਰਸ਼ੀਅਲ ਬੈਂਕ ਤੋਂ ਅੱਗੇ ਕਿੱਥੇ ਜਾਊਗਾ, ਸੈਂਟਰਲ ਬੈਂਕ ਦੇ ਕੋਲ। ਤਾਂ ਇਹਦੇ ਨਾਲ ਕੀ ਹੋਊਗਾ, ਮਨੀ ਦੀ ਸਪਲਾਈ ਇਕੋਨਮੀ 'ਚ ਘੱਟ ਜੂਗੀ। ਤੇ ਇਸ ਤਰੀਕੇ ਨਾਲ ਜੇ ਮਨੀ ਦੀ ਸਪਲਾਈ ਨੂੰ ਕੰਟਰੋਲ ਕਰਨਾ ਤਾਂ ਸੈਂਟਰਲ ਬੈਂਕ ਕੀ ਕਰਦਾ, ਸਿਕਿਉਰਿਟੀਜ਼ ਦੀ ਸੇਲ ਕਰਦਾ ਹੈ। ਤੇ ਇਸੇ ਤਰ੍ਹਾਂ ਉਲਟ ਜੇ ਉਹਨੇ ਓਪਨ ਮਾਰਕੀਟ ਆਪਰੇਸ਼ਨ ਦੇ ਵਿੱਚ ਜਾਂ ਇਕੋਨਮੀ ਦੇ ਵਿੱਚ ਮਨੀ ਆਫ ਸਪਲਾਈ ਨੂੰ ਕ੍ਰੀਏਟ ਕਰਨਾ ਹੈ ਤਾਂ ਕੀ ਕਰੂਗਾ, ਉਹ ਇਹਨਾਂ ਦੀ ਪਰਚੇਜ਼ ਸ਼ੁਰੂ ਕਰ ਦੂਗਾ। ਠੀਕ ਹੈ, ਤਾਂ ਉਹ ਜਦੋਂ ਪਰਚੇਜ਼ ਕਰੂਗਾ, ਠੀਕ ਹੈ, ਕੰਪਨੀਜ਼ ਤੋਂ ਪਰਚੇਜ਼ ਕਰੂਗਾ, ਤਾਂ ਉਹਦੇ ਨਾਲ ਕੀ ਹੋਊਗਾ, ਪੈਸਾ ਕਿਹਦੇ ਕੋਲ ਜਾਊਗਾ, ਕੰਪਨੀਜ਼ ਤੋਂ ਅੱਗੇ ਫਰਦਰ ਇਕੋਨਮੀ ਦੇ ਵਿੱਚ ਜਾਊਗਾ, ਸਰਕੂਲੇਸ਼ਨ ਦੇ ਵਿੱਚ ਪੈਸਾ ਜ਼ਿਆਦਾ ਆ ਜਾਊਗਾ। ਠੀਕ ਹੈ, ਤੇ ਇਸ ਤਰੀਕੇ ਨਾਲ ਓਪਨ ਮਾਰਕੀਟ ਆਪਰੇਸ਼ਨ ਵੀ ਕਿੱਦਾਂ ਦਾ ਟੂਲ ਆ ਜਿਹੜਾ ਕਿ ਮੋਨੇਟਰੀ ਪਾਲਿਸੀ ਦਾ ਕੁਆਂਟੀਟਿਵ ਮੈਜ਼ਰਮੈਂਟ ਦੇ ਵਿੱਚ ਆਉਂਦਾ। ਤੇ ਇਹਦੇ ਨਾਲ ਕੀ ਕੀਤੀ ਜਾਂਦੀ ਹੈ, ਸੇਲ ਪਰਚੇਜ਼ ਕਰਕੇ ਸ਼ੇਅਰ ਬੌਂਡਸ ਦੀ ਮਨੀ ਆਫ ਸਪਲਾਈ ਨੂੰ ਕ੍ਰੀਏਟ ਜਾਂ ਕੰਟਰੋਲ ਕੀਤਾ ਜਾਂਦਾ ਹੈ। ਠੀਕ ਹੈ, ਨੈਕਸਟ ਕੈਸ਼ ਰਿਜ਼ਰਵ ਰੇਸ਼ੋ। ਕੈਸ਼ ਰਿਜ਼ਰਵ ਰੇਸ਼ੋ ਕੀ ਹੁੰਦੀ ਹੈ, ਕੈਸ਼ ਰਿਜ਼ਰਵ ਰੇਸ਼ੋ ਮੀਨਸ ਦਾ ਮਿਨੀਮਮ ਪਰਸੈਂਟੇਜ ਆਫ ਬੈਂਕਸ ਟੋਟਲ ਡਿਪੋਜ਼ਿਟ required to be kept with the central bank। ਕੈਸ਼ ਰਿਜ਼ਰਵ ਰੇਸ਼ੋ ਨੂੰ CRR ਦੇ ਨਾਲ ਰਿਪਰੈਜ਼ੈਂਟ ਕਰਦੇ ਆ, ਤੇ ਘੱਟੋ ਘੱਟ ਉਹ ਪਰਸੈਂਟੇਜ ਹੈ ਜਿਹੜੀ ਕਿ ਬੈਂਕ ਦੀ ਕੁੱਲ ਜਮ੍ਹਾਂ ਦੇ ਵਿੱਚੋਂ ਕੁਝ ਹਿੱਸਾ ਕਿਹਦੇ ਕੋਲ ਰੱਖਣਾ ਹੁੰਦਾ, ਸੈਂਟਰਲ ਬੈਂਕ ਦੇ ਕੋਲ। ਠੀਕ ਹੈ, CRR ਦੇ ਵਿੱਚ ਕੀ ਕਰਦੇ ਨੇ, ਜਿਹੜੇ ਕਮਰਸ਼ੀਅਲ ਬੈਂਕ ਹੁੰਦੇ ਨੇ ਉਹ ਆਪਣੀ ਟੋਟਲ ਡਿਪੋਜ਼ਿਟ ਦਾ ਘੱਟੋ ਘੱਟ ਪਰਸੈਂਟੇਜ ਨੂੰ ਕਿਹਦੇ ਕੋਲ ਡਿਪੋਜ਼ਿਟ ਕਰਦੇ ਨੇ, ਸੈਂਟਰਲ ਬੈਂਕ ਦੇ ਕੋਲ। ਡੈਟ ਇਜ਼ ਨੋਨ ਐਜ਼ ਸੈਂਟਰਲ ਬੈਂਕ। ਜੇ ਕਮਰਸ਼ੀਅਲ ਬੈਂਕ ਸੈਂਟਰਲ ਬੈਂਕ ਨੇ ਇਕੋਨਮੀ ਦੇ ਵਿੱਚ ਮਨੀ ਆਫ ਸਪਲਾਈ ਨੂੰ ਕ੍ਰੀਏਟ ਕਰਨਾ ਹੈ ਤਾਂ ਉਹ CRR ਨੂੰ ਕੀ ਕਰੂਗਾ, ਘਟਾ ਦੂਗਾ। CRR ਮੀਨਸ ਪਰਸੈਂਟੇਜ ਘੱਟ ਕਰ ਦੂਗਾ, ਤੇ ਜਦੋਂ ਪਰਸੈਂਟੇਜ ਘੱਟ ਹੋਊਗੀ ਤਾਂ ਉਹਦੇ ਨਾਲ ਕੀ ਹੋਊਗਾ, ਇਕੋਨਮੀ ਦੇ ਵਿੱਚ ਪੈਸਾ ਜ਼ਿਆਦਾ, ਸੈਂਟਰਲ ਬੈਂਕ ਕਮਰਸ਼ੀਅਲ ਬੈਂਕਸ ਨੂੰ ਸੈਂਟਰਲ ਬੈਂਕ ਦੇ ਕੋਲ ਘੱਟ ਪੈਸਾ ਰੱਖਣਾ ਪਊਗਾ, ਘੱਟ ਪਰਸੈਂਟੇਜ ਦੇਣੀ ਪਊਗੀ, ਤਾਂ ਜਿਹਦੇ ਨਾਲ ਉਹਨਾਂ ਕੋਲ ਲੋਨ ਦੇਣ ਦੇ ਲਈ ਅਮਾਊਂਟ ਰਹਿ ਸਕਦੀ ਹੈ, ਜ਼ਿਆਦਾ ਅਮਾਊਂਟ ਰਹਿ ਸਕਦੀ ਹੈ। ਤੇ ਇਸ ਦੇ ਉਲਟ ਜੇ ਉਹਨਾਂ ਨੇ ਮਨੀ ਨੂੰ ਕੰਟਰੋਲ ਕਰਨਾ, ਸਪਲਾਈ ਆਫ ਮਨੀ ਨੂੰ, ਤਾਂ ਉਹ ਕੀ ਕਰੂਗਾ, ਫਿਰ ਉਹ ਕੀ ਕਰੂਗਾ, ਇਹ CRR ਦੇ ਪਰਸੈਂਟੇਜ ਨੂੰ ਵਧਾ ਦੂਗਾ। ਜਦੋਂ ਵਧਾ ਦੂਗਾ ਤਾਂ ਕਮਰਸ਼ੀਅਲ ਬੈਂਕਸ ਨੂੰ ਸੈਂਟਰਲ ਬੈਂਕ ਦੇ ਕੋਲ ਜ਼ਿਆਦਾ ਪੈਸਾ ਰੱਖਣਾ ਪਊਗਾ, ਜਿਹਦੇ ਨਾਲ ਕੀ ਹੋਊਗਾ, ਮਨੀ ਆਫ ਸਪਲਾਈ ਕੰਟਰੋਲ ਹੋ ਜੂਗੀ। ਨੈਕਸਟ ਸਟੈਟੂਟਰੀ ਲਿਕੁਇਡਿਟੀ ਰੇਸ਼ੋ, ਇਹਦੇ ਵਿੱਚ ਕੀ ਹੈ, SLR ਨਾਲ ਰਿਪਰੈਜ਼ੈਂਟ ਕਰਦੇ ਆ, ਇਹ ਤੋਂ ਉਲਟ ਹੈ CRR ਤੋਂ। ਇਹਦੇ ਵਿੱਚ ਕੀ ਕਰਦੇ ਨੇ, ਜੋ ਕਮਰਸ਼ੀਅਲ ਬੈਂਕਸ ਨੇ ਉਹ ਆਪਣੀ ਟੋਟਲ ਡਿਪੋਜ਼ਿਟ ਦੇ ਕੁਝ ਪਰਸੈਂਟੇਜ ਆਪਣੇ ਕੋਲ ਹੀ ਰੱਖਦੇ ਨੇ। ਠੀਕ ਹੈ, ਟੋਟਲ ਮੇਨਟੇਨ ਵਿਦ ਇਟਸੈਲਫ, ਆਪਣੇ ਕੋਲ ਹੀ ਰੱਖਦੇ ਨੇ ਉਹ ਇਸ ਟੋਟਲ ਡਿਪੋਜ਼ਿਟ ਦਾ, ਆਪਣੀ ਕੁੱਲ ਜਮ੍ਹਾਂ ਦਾ ਕੁਝ ਪਰਸੈਂਟੇਜ ਆਪਣੇ ਕੋਲ ਹੀ ਰੱਖਣਾ ਹੁੰਦਾ ਉਹਨਾਂ ਨੂੰ ਐਜ਼ ਅ ਰਿਜ਼ਰਵ, ਕਿਹਨਾਂ ਨੂੰ, ਕਮਰਸ਼ੀਅਲ ਬੈਂਕਸ ਨੂੰ। ਸੈਂਟਰਲ ਬੈਂਕ ਦੱਸਦਾ ਕਿ ਤੁਸੀਂ ਆਪਣੀ ਟੋਟਲ ਡਿਪੋਜ਼ਿਟ ਦੀ ਇੰਨੀ ਪਰਸੈਂਟੇਜ ਆਪਣੇ ਕੋਲ ਐਜ਼ ਅ ਰਿਜ਼ਰਵ ਰੱਖਣੀ ਆ, ਉਹ ਨਾ ਸੈਂਟਰਲ ਬੈਂਕ ਨੂੰ ਦੇਣੀ ਹੈ ਤੇ ਨਾ ਹੀ ਉਹਦੇ ਵਿੱਚੋਂ ਲੋਨ ਦੇ ਸਕਦੇ ਨੇ। ਠੀਕ ਹੈ, ਇਸੇ ਤਰੀਕੇ ਨਾਲ ਇਹਦੀ ਵੀ ਪਰਸੈਂਟੇਜ ਇਨਕਰੀਜ਼ ਕੀਤੀ ਜਾਊਗੀ ਜਦੋਂ ਮਨੀ ਦੀ ਨੂੰ ਕੰਟਰੋਲ ਕਰਨਾ, ਤੇ ਜੋ ਇਹਦੀ ਪਰਸੈਂਟੇਜ ਉਦੋਂ ਡਿਕਰੀਜ਼ ਕੀਤੀ ਜਾਊਗੀ ਜਦੋਂ ਮਨੀ ਦੀ ਸਪਲਾਈ ਕਰਨੀ ਹੈ, ਕਿਹਦੇ ਦੁਆਰਾ ਕੀਤੀ ਜਾਊਗੀ, ਸੈਂਟਰਲ ਬੈਂਕ ਦੁਆਰਾ। ਨੈਕਸਟ ਕੁਆਲੀਟੇਟਿਵ ਇੰਸਟਰੂਮੈਂਟਸ। ਕੁਆਲੀਟੇਟਿਵ ਇੰਸਟਰੂਮੈਂਟ ਦੇ ਵਿੱਚ ਫਸਟ ਹੈਗਾ ਮਾਰਜਿਨ ਰਿਕੁਆਇਰਮੈਂਟ। ਮਾਰਜਿਨ ਰਿਕੁਆਇਰਮੈਂਟ ਮੀਨਸ ਸੀਮਾਂਤ ਲੋੜ ਕਿੰਨੀ ਹੈ ਸਾਡੀ। ਇਟ ਇਜ਼ ਦਾ ਡਿਫਰੈਂਸ ਬਿਟਵੀਨ ਦਾ ਕਰੰਟ ਵੈਲਿਊ ਆਫ ਦਾ ਸਿਕਿਉਰਿਟੀ ਆਫਰਡ ਫॉर ਲੋਨ ਐਂਡ ਵੈਲਿਊ ਆਫ ਲੋਨ ਗ੍ਰਾਂਟਡ। ਇਹ ਕੀ ਆ ਕਿ ਕਿਹਦਾ ਡਿਫਰੈਂਸ ਹੈ, ਕਰੰਟ ਵੈਲਿਊ ਆਫ ਸਿਕਿਉਰਿਟੀ ਆਫਰਡ ਫॉर ਲੋਨ, ਕਿ ਕਿੰਨੀ ਵੈਲਿਊ, ਠੀਕ ਹੈ, ਸਿਕਿਉਰਿਟੀ ਦੀ ਕਿੰਨੀ ਵੈਲਿਊ ਲੋਨ ਦੇ ਲਈ ਆਫਰ ਕੀਤੀ ਗਈ ਹੈ, ਐਂਡ ਦਾ ਵੈਲਿਊ ਆਫ ਲੋਨ ਗ੍ਰਾਂਟਡ, ਕਿੰਨੀ ਆਫਰ ਕੀਤੀ ਗਈ ਸੀ ਤੇ ਕਿੰਨੀ ਉਹਨੂੰ ਗ੍ਰਾਂਟ ਦੇ ਵਿੱਚ ਮਿਲੀ ਆ, ਕਿੰਨੀ ਉਹਨੂੰ ਮਿਲੀ ਆ, ਅਸਲ ਦੇ ਵਿੱਚ ਲੋਨ ਮਿਲਿਆ ਕਿੰਨਾ, ਤੇ ਉਹਨੂੰ ਕਿੰਨੀ ਸਿਕਿਉਰਿਟੀ ਰੱਖੀ ਸੀ ਉਹਨੇ। ਠੀਕ ਹੈ, ਉਹਨਾਂ ਦੋਨਾਂ ਦੀ ਗੈਪ ਨੂੰ ਕੀ ਕਿਹਾ ਜਾਂਦਾ ਹੈ, ਮਾਰਜਿਨ ਰਿਕੁਆਇਰਮੈਂਟ ਆਫ ਲੋਨ। Example, let margin be 30% for a commodity, he will get only 70% loan on the value of his goods, but if margin is reduced to 10% he will get loan equal to 90% of the value of goods। ਮਾਰਜਿਨ ਰਿਕੁਆਇਰਮੈਂਟ ਮੰਨ ਲਓ 30% ਹੈ, ਸੀਮਾਂਤ ਲੋੜ 30% ਹੈ ਇੱਕ commodity ਦੇ ਲਈ, he will get only 70% of loan on the value of his goods, but ਜੋ ਉਹਨੇ ਗੁੱਡ ਰੱਖੀ ਆ ਉਹਦੇ ਤੇ ਉਹ 70% ਹੀ ਲੈਣਾ ਚਾਹੁੰਦਾ। ਠੀਕ ਹੈ, ਬਟ ਇਫ ਮਾਰਜਿਨ ਇਜ਼ ਰਿਡਿਊਸ ਟੂ 10%, ਜੀ ਉਹ ਮਾਰਜਿਨ ਜਿਹੜੀ ਹੈ 10% ਹੋ ਜਾਵੇ, ਸੀਮਾਂਤ ਲੋੜ ਉਹਦੀ ਘੱਟ ਜਾਵੇ,
ठीक है, करजा लैण दी जिहड़ी लोड़ है उहदी घट जावे तां की होऊगा, उहनूं किहदे पर इक्वल मिलूगा, 90% मिल जूगा। ठीक है, उस गुड दे 90% दे इक्वल उहनूं लोन मिल जूगा। If the credit is to be expended for certain business activities, the margin requirement is lowered। ठीक है, जे क्रेडिट जिहड़ा है एक्सपैंड करना है, ठीक है, किसी भी बिजनेस एक्टिविटी के लिए, तो मार्जिन रिक्वायरमेंट की होगी, घट रखी जाऊगी। इफ द फ्लो ऑफ क्रेडिट इज़ टू बी रिड्यूस्ड, जे असी इनू घट करना क्रेडिट के फ्लो नूं, तां की होगी इहदी रिक्वायरमेंट ज़्यादा रखी जाऊगी। ठीक है, मार्जिन रिक्वायरमेंट ऑफ लोन ज़्यादा रखी जाऊगी, नहीं तो घट रखी जाऊगी। ठीक है, नेक्स्ट रैशनिंग ऑफ क्रेडिट। द रैशनिंग ऑफ क्रेडिट मीनस फिक्सेशन ऑफ क्रेडिट कोटास फॉर डिफरेंट बिजनेस एक्टिविटीज़ और फॉर इंडिविजुअल्स। ਇਹਦੇ ਵਿੱਚ ਕੀ ਹੈ ਕਿ ਕ੍ਰੈਡਿਟ ਦੀ ਮਾਤਰਾ ਨੂੰ ਫਿਕਸ ਕਰ ਦਿੱਤੀ ਜਾਂਦਾ ਹੈ, ਜਾਂ ਤਾਂ ਵਪਾਰਿਕ ਕਿਰਿਆਵਾਂ ਦੇ ਲਈ, ਜਾਂ ਫਿਰ ਜੇ ਇਕੱਲੇ ਵਿਅਕਤੀ ਨੇ ਲੋਨ ਲੈਣਾ ਉਹਨਾਂ ਲਈ ਵੀ। ਠੀਕ ਹੈ, ਇਹਨੂੰ ਬੋਲਦੇ ਆ ਰੈਸ਼ਨਿੰਗ ਆਫ ਕ੍ਰੈਡਿਟ। ਜੇ ਅਸੀਂ ਮਨੀ ਆਫ ਸਪਲਾਈ ਨੂੰ ਕ੍ਰੀਏਟ ਕਰਨਾ, ਠੀਕ ਹੈ, ਤਾਂ ਇਸ ਚੀਜ਼ ਦੀ ਰੈਸ਼ਨਿੰਗ ਨੂੰ ਘੱਟ ਕਰ ਫਿਕਸ ਕੀਤਾ ਜਾਊਗਾ, ਸੌਰੀ ज़्यादा ਫਿਕਸ ਕੀਤਾ ਜਾਊਗਾ। ठीक है, अदरवाइज यदि की होएगी कोटा घटा दिता जाऊगा जे उन्होंने सप्लाई ऑफ मनी नू कंट्रोल करना। जे कंट्रोल करना तो जो रैशनिंग ऑफ क्रेडिट है घटा दी जाऊगी। ठीक है, अदरवाइज यदि मात्रा नू वधा दिता जाऊगा, भी जो असी करजा लैना उहदी मात्रा नू वधा जां घटाउणा। वधाऊगी कदों, जदों उन्हें क्रिएट करना। घटाऊगी कदों, जदों उन्होंने कंट्रोल करना है। मॉरल सुएशन, सेंट्रल बैंक की करते हैं, कमर्शियल बैंक्स के अगेंस्ट कोई भी एक्शन लै सकते हैं। जे कोई भी कमर्शियल बैंक सेंट्रल बैंक के रूल्स नूं फॉलो नहीं करता, उहदे रूल रेगूलेशनस के अकॉर्डिंग काम नहीं करता, तो उस कमर्शियल बैंक नूं बंद किया जा सकता। ठीक है, डायरैक्ट एक्शन लिया जा सकता है। इहदे विच भी इदां ही है कि जे कोई भी कमर्शियल बैंक ठीक तरीके नाल नहीं चलता पिया, तो उहनूं उहदे अगेंस्ट डायरैक्ट एक्शन लैके कोई भी कानूनी कार्रवाई की जा सकती है। Next, commercial bank. Commercial bank is a financial institution which accepts deposits from the public and provides loans to such persons who need it। Commercial bank ਉਹ ਵਿੱਤੀ ਸੰਸਥਾਵਾਂ ਨੇ ਜਿਹੜੀਆਂ ਕੀ ਕਰਦੀਆਂ ਨੇ, ਲੋਕਾਂ ਦੀ ਜਮ੍ਹਾਂ ਨੂੰ ਸਵੀਕਾਰ ਕਰਦੀਆਂ ਨੇ ਤੇ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਦੀਆਂ ਨੇ, ਕਿਹਨਾਂ ਨੂੰ, ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਹੈ, ਜਿਨ੍ਹਾਂ ਨੂੰ ਪੈਸੇ ਦੀ ਲੋੜ ਹੈ, ਉਹਨਾਂ ਨੂੰ ਲੋਨ ਵੀ ਪ੍ਰੋਵਾਈਡ ਕਰਦੀਆਂ ਨੇ। ठीक है, a commercial bank collects money from those who have it to spare or who have saving it out of their income and lends the money to those who required it। कमर्शियल बैंक की ने मनी नू कलैक्ट करते हैं किहड़े परसनस तो, जिन्हां कोल ज़्यादा एक्सैस क्वांटिटी च पिया, जां वो सेविंग करना चाहते हैं अपनी इनकम दे विचों, ते लैंड किन्हां नू करते हैं, बोरो किन्हां नू करते हैं, जिन्हां नू उसकी लोड़ है। फंक्शनस ऑफ कमर्शियल बैंक्स। फंक्शनस की ने, प्राइमरी फंक्शनस ने दे, सैकेंडरी फंक्शनस ने, ठीक है, थर्ड कॉन्करेंट फंक्शनस ने। फस्ट आपां करांगे प्राइमरी फंक्शनस। प्राइमरी फंक्शनस किहड़े-किहड़े ने? एक्सेप्टिंग डिपॉजिट्स, एडवांसिंग लोन्स, थर्ड क्रेडिट क्रिएशन। फस्ट वी डू एक्सेप्टिंग डिपॉजिट्स। एक्सेप्टिंग डिपॉजिट्स दे विच फस्ट किहड़े ने? फिक्सड डिपॉजिट अकाउंट है, ठीक है, डिमांड डिपॉजिट अकाउंट है, सेविंग डिपॉजिट अकाउंट है, रिकरिंग डिपॉजिट अकाउंट एंड होम सेफ सेविंग अकाउंट है। ठीक है, फस्ट प्राइमरी फंक्शन का फस्ट पार्ट एक्सेप्टिंग डिपॉजिट्स। फस्ट फिक्सड डिपॉजिट अकाउंट। फिक्सड डिपॉजिट अकाउंट दे विच की है कि जिहड़ा ये अकाउंट डिपॉजिट का पीरियड हुंदा, मनी इन दीज अकाउंट्स इज डिपॉजिट फॉर फिक्सड पीरियड टाइम। ठीक है, ये जो मनी डिपॉजिट किया जाता है फिक्सड पीरियड ऑफ टाइम के लिए किया जाता है, फिक्सड समय के लिए किया जाता है। वो फिक्स टाइम किन्ना हो सकता? 1 ईयर हो सकता, 2 ईयर हो सकता, 5 ईयर्स हो सकता। द डिपॉजिटर गैट्स रिसीप्ट्स फ्रॉम द अमाउंट डिपॉजिटेड एंड इट कॉल्ड फिक्स डिपॉजिट रिसीप्ट। डिपॉजिटर की करता है, जदों उन्हें फिक्स डिपॉजिट अकाउंट ओपन करवा लिया तो उन्होंने एक रिसीप्ट दी जाती है डिपॉजिट की, तो उन्होंने फिक्स डिपॉजिट रिसीप्ट किया जाता है। ठीक है, the receipt indicates the name of the depositor, amount of the deposit, rate of interest and the period of deposit। ਇਹ 'ਚੋਂ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਕਿ डिपॉजिटर ਦਾ नेम ਕੀ ਆ, ਉਹਦੀ अमाउंट किन्नी है डिपॉजिट करवाउण दी, ब्याज दी दर किन्नी चलती पई है, ते किन्ने टाइम पीरियड के लिए उन्हें डिपॉजिट करवाया। दिस रिसीप्ट इज़ नॉन ट्रांसफेरेबल। ये नॉन ट्रांसफेरेबल होंदी है, इहनूं बदलिया नहीं जा सकता बार बार। ठीक है,
amount cannot be withdrawn before the expiry of that period। ਇਹਦੇ ਵਿੱਚ ਅਮਾਉਂਟ ਨੂੰ ਅਸੀਂ ਜਿੰਨੇ ਟਾਈਮ ਦੇ ਲਈ ਡਿਪੋਜ਼ਿਟ ਕਰਵਾਇਆ ਉਸ ਤੋਂ ਪਹਿਲਾਂ ਅਸੀਂ ਕਢਵਾ ਨਹੀਂ ਸਕਦੇ, ਜੇ ਕਢਵਾਵਾਂਗੇ ਤਾਂ ਸਾਨੂੰ ਘੱਟ ਅਮਾਉਂਟ ਮਿਲੂਗੀ। ਠੀਕ ਹੈ, ਤਾਂ ਇਸ ਕਰਕੇ ਅਸੀਂ ਇਹਨੂੰ ਟਾਈਮ ਪੂਰਾ ਹੋਣ ਤੋਂ ਬਾਅਦ ਹੀ ਕਢਵਾਵਾਂਗੇ, ਇਹਦੀ ਐਕਸਪਾਇਰੀ ਪੂਰੀ ਹੋਣ ਤੋਂ ਬਾਅਦ ਹੀ ਕਢਵਾਉਣਾ ਠੀਕ ਹੁੰਦਾ। Next, current or demand deposit account. A depositor can deposit his funds any number of times he likes and can also withdraw the same any number of times he wishes। ਕਰੰਟ ਡਿਮਾਂਡ ਡਿਪੋਜ਼ਿਟ, ਕਰੰਟ ਔਰ ਡਿਮਾਂਡ ਡਿਪੋਜ਼ਿਟ ਅਕਾਊਂਟ ਕਿਹੜਾ ਅਕਾਊਂਟ ਹੈ ਜਿਹਦੇ ਵਿੱਚ ਡਿਪੋਜ਼ਿਟਰ ਆਪਣੀ ਅਮਾਊਂਟ ਨੂੰ ਜਿੰਨੀ ਵਾਰ ਮਰਜ਼ੀ ਚਾਹੇ ਡਿਪੋਜ਼ਿਟ ਕਰਵਾ ਸਕਦਾ ਔਰ ਜਿੰਨੀ ਵਾਰ ਮਰਜ਼ੀ ਚਾਹੇ ਉਹ ਉਹਨੂੰ ਕਢਵਾ ਵੀ ਸਕਦਾ ਹੈ। ਜਨਰਲੀ ਬਿਜ਼ਨਸਮੈਨ ਡਿਪੋਜ਼ਿਟ ਦੇਅਰ ਫੰਡਸ ਇਨ ਦਿਸ ਅਕਾਊਂਟ। ਇਹਦੇ ਵਿੱਚ ਕੀ ਹੈ, ਬਿਜ਼ਨਸਮੈਨ ਨੇ ਜਿਹੜੇ ਜ਼ਿਆਦਾਤਰ ਉਹ ਇਸ ਅਕਾਊਂਟ ਨੂੰ ਅਪਲਾਈ ਕਰਦੇ ਨੇ, ਠੀਕ ਹੈ, ਫੋਲੋ ਕਰਦੇ ਨੇ। ਨੋ ਇੰਟਰਸਟ ਇਜ਼ ਪੇਡ ਬਾਏ ਦਾ ਬੈਂਕ ਔਨ ਦਾ ਕਰੰਟ ਅਕਾਊਂਟ। ਕਰੰਟ ਅਕਾਊਂਟ 'ਤੇ ਬੈਂਕ ਵੱਲੋਂ ਕੋਈ ਇੰਟਰਸਟ ਨਹੀਂ ਪੇ ਕੀਤਾ ਜਾਂਦਾ, ਵਿਆਜ ਦੀ ਦਰ ਨਹੀਂ ਲੱਗਦੀ ਇਸ ਅਕਾਊਂਟ ਦੇ ਵਿੱਚ। ਰਾਦਰ ਦਾ ਬੈਂਕ ਚਾਰਜਿਸ incidental charge from the depositors if the amount lying in the account falls below the minimum limit। ਉਲਟਾ ਇਹਦੇ ਵਿੱਚ ਬੈਂਕ ਚਾਰਜ ਕਰ ਲੈਂਦੇ ਨੇ ਕਿਹਦੇ ਤੋਂ, ਜੋ ਡਿਪੋਜ਼ਿਟਰ ਹੈਗਾ, ਠੀਕ ਹੈ, ਜਿਹਦਾ ਅਕਾਊਂਟ ਹੈਗਾ ਉਹਦੇ ਤੋਂ ਉਲਟਾ ਚਾਰਜ ਕਰ ਲੈਂਦੇ ਜੇ ਉਹਦੀ ਜੋ ਲਿਮਿਟਸ ਨੇ ਉਹ ਤੋਂ ਘੱਟ ਅਮਾਊਂਟ ਹੋਊਗੀ। ਠੀਕ ਹੈ, ਨੈਕਸਟ ਸੇਵਿੰਗ ਡਿਪੋਜ਼ਿਟ ਅਕਾਊਂਟ। ਸੇਵਿੰਗ ਡਿਪੋਜ਼ਿਟ ਅਕਾਊਂਟ ਦਾ ਏਮ ਆਫ ਦਿਸ ਅਕਾਊਂਟ ਇਜ਼ ਟੂ ਇਨਕਰੇਜ ਐਂਡ ਮੋਬਿਲਾਈਜ਼ ਸੇਵਿੰਗਸ ਆਫ ਪਬਲਿਕ। ਇਸ ਅਕਾਊਂਟ ਦਾ ਮੇਨ ਪਰਪਸ ਕੀ ਹੈ ਕਿ ਲੋਕਾਂ ਨੂੰ ਇਨਕਰੇਜ ਕਰਨਾ ਤਾਂ ਕਿ ਉਹ ਆਪਣੀਆਂ ਸੇਵਿੰਗਸ ਨੂੰ ਵਧਾ ਸਕਣ। ਸਰਟਨ ਰਿਸਟ੍ਰਿਕਸ਼ਨਸ ਰਿਗਾਰਡਿੰਗ ਨੰਬਰ ਆਫ ਵਿਡਰਾਲਸ ਐਂਡ ਅਮਾਊਂਟ ਟੂ ਬੀ ਵਿਡਰਾਨ ਇਨ ਅ ਗਿਵਨ ਪੀਰੀਅਡ ਆਰ ਇੰਪੋਜ਼ਡ ਔਨ ਡਿਪੋਜ਼ਿਟਰਸ। ਇਹਦੇ ਵਿੱਚ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਕਿ ਤੁਸੀਂ ਕਿੰਨੀ ਕਢਵਾਉਣਾ ਕਦੋਂ ਹੈ ਅਤੇ ਕਦੋਂ ਜਮ੍ਹਾਂ ਕਰਵਾਉਣਾ। ਠੀਕ ਹੈ, ਚੈੱਕ ਫੈਸਿਲਿਟੀਜ਼ ਪ੍ਰੋਵਾਈਡਡ ਟੂ ਦਾ ਡਿਪੋਜ਼ਿਟਰ ਔਨ ਦੀਜ਼ ਅਕਾਊਂਟਸ। ਇਹਦੇ ਵਿੱਚ ਚੈੱਕ ਫੈਸਿਲਿਟੀ ਵੀ ਕਿ ਜੇ ਉਹ ਜਮ੍ਹਾਂ ਕਰਵਾਉਣਾ ਚੈੱਕ ਨਾਲ ਜਮ੍ਹਾਂ ਕਰਵਾਉਣਾ ਚਾਹੁੰਦੇ ਨੇ ਤਾਂ ਉਹ ਚੈੱਕ ਦੇ ਨਾਲ ਵੀ ਜਮ੍ਹਾਂ ਕਰਵਾ ਸਕਦੇ ਨੇ। ਰੇਟ ਆਫ ਇੰਟਰਸਟ ਇਜ਼ comparatively low on such deposits as compared to fixed deposits। ਸੇਵਿੰਗ ਡਿਪੋਜ਼ਿਟ ਅਕਾਊਂਟ ਦੇ ਵਿੱਚ ਜੋ ਇੰਟਰਸਟ ਰੇਟ ਹੁੰਦੀ ਆ ਉਹ ਫਿਕਸਡ ਡਿਪੋਜ਼ਿਟ ਅਕਾਊਂਟ ਦੇ ਨਾਲੋਂ ਘੱਟ ਹੁੰਦੀ ਹੈ। ਠੀਕ ਹੈ, ਨੈਕਸਟ ਰਿਕਰਿੰਗ ਡਿਪੋਜ਼ਿਟ ਅਕਾਊਂਟ। ਰਿਕਰਿੰਗ ਡਿਪੋਜ਼ਿਟ ਅਕਾਊਂਟ the purpose of these deposits is to encourage regular savings by the people। ਇਹਦੇ ਲਈ ਜਿਹੜੀਆਂ ਲਗਾਤਾਰ ਸੇਵਿੰਗਸ ਹੁੰਦੀਆਂ ਨੇ ਉਹਨਾਂ ਨੂੰ ਇਨਕਰੇਜ ਕਰਦੀ ਹੈ। A specified amount is deposit every month for a specific period, say 12 months, 24, 36 or 60 months। ਇਹਦੇ ਵਿੱਚ ਇੱਕ ਸਪੈਸੀਫਿਕ ਅਮਾਊਂਟ ਹੁੰਦੀ ਆ ਜਿਹੜੀ ਕਿ ਡਿਪੋਜ਼ਿਟਰ ਨੇ ਐਵਰੀ ਮੰਥ ਡਿਪੋਜ਼ਿਟ ਕਰਵਾਉਣੀ ਹੁੰਦੀ ਆ। ਜਾਂ ਤਾਂ ਉਹ 1 ਈਅਰ ਦੇ ਲਈ ਅਕਾਊਂਟ ਨੂੰ ਖੁਲਵਾ ਸਕਦੇ ਆ, ਜਾਂ 2 ਈਅਰਸ ਦੇ ਲਈ, ਜਾਂ 3 ਈਅਰਸ ਦੇ, ਜਾਂ 5 ਈਅਰਸ ਦੇ ਲਈ। ਠੀਕ ਹੈ, ਐਵਰੀ ਮੰਥ ਉਹਨੂੰ ਇੱਕ ਫਿਕਸਡ ਅਮਾਊਂਟ ਦੇਣੀ ਹੀ ਹੋਊਗੀ। This amount cannot be withdrawn before the expiry of the given period except under unusual circumstances। ਉਹ ਬਿਨਾਂ ਕਿਸੇ ਕਾਰਨ ਤੋਂ ਉਹਦੀ ਐਕਸਪਾਇਰੀ ਡੇਟ ਤੋਂ ਪਹਿਲਾਂ ਨਹੀਂ ਕਢਵਾ ਸਕਦਾ। ਇਹਦੇ ਵਿੱਚ ਵੀ ਫਿਕਸ ਡਿਪੋਜ਼ਿਟ ਦੀ ਤਰ੍ਹਾਂ ਹੀ, ਠੀਕ ਹੈ, ਬਟ ਇਹਦੇ ਵਿੱਚ ਇੰਟਰਸਟ ਪੇ ਕੀਤਾ ਜਾਂਦਾ ਹੈ। ਠੀਕ ਹੈ, ਇੰਟਰਸਟ ਪੇ ਕੀਤਾ ਜਾਂਦਾ ਕਿਹਦੇ ਦੁਆਰਾ, ਬੈਂਕ ਦੁਆਰਾ। ਨੈਕਸਟ ਹੋਮ ਸੇਵ ਸੇਵਿੰਗ ਅਕਾਊਂਟ। ਹੋਮ ਸੇਵ ਸੇਵਿੰਗ ਅਕਾਊਂਟ ਕੀ ਆ, ਦਿਸ ਅਕਾਊਂਟ ਹੈਜ਼ ਬੀਨ ਇੰਟਰੋਡਿਊਸਡ ਰਿਸੈਂਟਲੀ ਬਾय ਦ ਬੈਂਕਸ। ਇਹ ਹੁਣ ਜ਼ਿਆਦਾਤਰ ਇੰਟਰੋਡਿਊਸ ਹੋਇਆ ਇਹ ਪਬਲਿਕ ਦੇ ਵਿੱਚ। a small portable save is provided to the depositor at his place। key of this safe is kept by the bank। ਉਹ ਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਬੈਂਕ ਜੋ ਨੇ ਕਮਰਸ਼ੀਅਲ ਬੈਂਕ ਨੇ ਉਹ ਇੱਕ ਛੋਟੇ ਜਿਹੇ ਸੇਫ, ਜਿਵੇਂ ਪਿਗੀ ਬੈਂਕ ਆ, ਛੋਟੇ ਜਿਹੇ ਕੋਈ ਵੀ ਲੋਕਰ ਦੀ ਫੈਸਿਲਿਟੀ ਦੇ ਦਿੰਦੇ ਨੇ, ਉਹਨਾਂ ਨੂੰ ਘਰੇ ਰੱਖਣ ਦੇ ਲਈ ਦੇ ਦਿੰਦੇ ਨੇ, ਅਤੇ ਉਹਦੀ ਕੀ ਜੋ ਹੁੰਦੀ ਹੈ, ਉਹਦੀ ਚਾਬੀ ਹੁੰਦੀ ਹੈ, ਉਹ ਕਿਹਦੇ ਕੋਲ ਹੁੰਦੀ ਹੈ, ਬੈਂਕ ਦੇ ਕੋਲ ਹੀ ਹੁੰਦੀ ਆ। ਡਿਪੋਜ਼ਿਟਰ ਪੁੱਟਸ ਏ ਸਮੋਲ ਸੇਵਿੰਗ ਇਨ ਇਟ। ਡਿਪੋਜ਼ਿਟਰ ਕੀ ਆਪਣੀਆਂ ਛੋਟੀਆਂ ਛੋਟੀਆਂ ਸੇਵਿੰਗਸ ਨੂੰ ਇਹਦੇ ਵਿੱਚ ਪਾਈ ਜਾਂਦੇ ਨੇ। ਆਫਟਰ ਸਮ ਟਾਈਮ ਦ ਸੇਫ ਇਜ਼ ਟੇਕਨ ਟੂ ਦਾ ਬੈਂਕ ਐਂਡ ਅਮਾਊਂਟ ਪ੍ਰੈਜ਼ੈਂਟ ਇਨ ਸੇਫ ਇਜ਼ ਕ੍ਰੈਡਿਟਡ ਟੂ ਹਿਜ਼ ਅਕਾਊਂਟ। ਉਸ ਤੋਂ ਬਾਅਦ ਜਦੋਂ ਸੇਵਿੰਗ ਹੋ ਜਾਂਦੀ ਹੈ ਉਹਨਾਂ ਦੀ ਕਾਫੀ ਟਾਈਮ ਦੀ, ਤਾਂ ਉਸ ਤੋਂ ਬਾਅਦ ਉਹ ਕੀ ਕਰਦੇ ਨੇ, ਕੁਝ ਸਮੇਂ ਬਾਅਦ ਉਸ ਨੂੰ ਬੈਂਕ ਦੇ ਵਿੱਚ ਲੈ ਜਾਂਦੇ। ਬੈਂਕ ਕੀ ਕਰਦਾ, ਉਸ ਅਮਾਊਂਟ ਨੂੰ ਉਹਨਾਂ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੰਦਾ ਹੈ। ਮੈਨੀ ਬੈਂਕਸ ਕਲੈਕਟ ਸੱਚ ਸੇਵਿੰਗਸ ਥਰੂ ਦੇਅਰ ਏਜੰਟਸ ਮੀਨ ਫॉर ਦਿਸ ਜੌਬ। ਉਹਨਾਂ ਨੇ ਕਈ ਬੈਂਕ ਨੇ ਤਾਂ ਹੋਮ ਸੇਵਿੰਗ ਅਕਾਊਂਟ ਦੇ ਲਈ ਆਪਣੇ ਏਜੰਟ ਰੱਖੇ ਹੁੰਦੇ ਨੇ ਤਾਂ ਕਿ ਉਹਨਾਂ ਨੂੰ ਜੌਬ ਵੀ ਮਿਲ ਸਕੇ ਅਤੇ ਨਾਲ ਦੀ ਨਾਲ ਅਤੇ ਉਹਨਾਂ ਦੀ ਜਿਹੜੀ ਹੋਮ ਸੇਵਿੰਗ ਅਕਾਊਂਟ ਦੀ ਫੈਸਿਲਿਟੀ ਆ ਉਹ ਵੀ ਪ੍ਰੋਪਰ ਹੋ ਸਕੇ ਕੰਪਲੀਟ। ਇੰਟਰਸਟ ਪੇਡ ਔਨ ਦਿਸ ਅਮਾਊਂਟ ਇਜ਼ ਲੈਸ ਦੈਨ ਦਾ ਸੇਵਿੰਗ। ਇਹਦੇ ਵਿੱਚ ਜੋ ਇੰਟਰਸਟ ਪੇ ਕੀਤਾ ਜਾਂਦਾ ਸੇਵਿੰਗ ਅਕਾਊਂਟ ਦੇ ਨਾਲੋਂ ਬਹੁਤ ਘੱਟ ਪੇ ਕੀਤਾ ਜਾਂਦਾ।